4 ਤੋਂ 5 ਰਿਕਾਰਡਿੰਗਾਂ ਮੌਜੂਦ ਨੇ। ਜਿਹੜਾ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਨਾ, ਉਹ ਬੰਦੇ ਦਾ ਕਿਸ਼ਤਾਂ ਦਾ ਕੰਮ ਹੈ। ਉਹਨੇ ਬੰਦੇ ਰੱਖੇ ਨੇ ਪਹਿਲੇ ਵੀ, ਉਹ ਜਿਹੜਾ ਨਾ ਚੁੱਕ ਲਿਆਓ ਤੇ ਫੜ ਲਿਆਓ ਤੇ ਡੱਕ ਛੜੋ ਬੰਦਾ। अस्सलाम वालेकुम प्यारे दोस्तों, अरशद वफाई आप दोस्तों की खिदमत में हाजिर। आज अदालत कचहरी तक हमारा केस जो है ना पहुंच चुका है। आपको पता है मुझे जान से मारने की धमकी दी जा रही है और बार बार मुझे जो है ना डराया धमकाया जा रहा है और मुलज़म ने जो है ना अबूरी जमानत करवा ली है और आज उसकी जो है ना अबूरी जमानत की तारीख थी। मैं लेट हो गया और दोबारा उसको जो है ना तारीख मिल गई है और आज जो है ना मैं एक मेरे बड़े प्यारे 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 भाई वकील साहब हैं, उनसे आज हमारी मुलाकात होगी इंशाल्लाह आपके सामने। और आप देखेंगे सोशल मीडिया में धूम मचाई हुई है और बहुत अच्छी वीडियो बनाते हैं, अच्छा व्लॉग बनाते हैं। इंशाल्लाह मुझे उम्मीद है कि मेरे भाई मेरे लिए केस लड़ेंगे और हमारी पूरी सपोर्ट करेंगे इंशाल्लाह इस केस में। जी आज हम आपको मिलाने वाले हैं मलक अयाज सलीम साहब, एडवोकेट। मुलाकात होगी। अस्सलाम वालेकुम जी। और करे भाई, मैं आपके नाज़रीन को बताना चाहता हूँ कि अरशद वफाई साहब मेरे बड़े अच्छे दोस्त हैं और जिसने भी इनके ऊपर जो मामला किया है इंशाअल्लाह बफजले खुदा उसको हम सजा जरूर दिलवाएंगे और हर मुमकिन कोशिश करेंगे कि उसका रास्ता रोका जाए। उसने सिर्फ अरशद वफाई साहब के साथ ही ऐसा नहीं किया, बहुत सारे लोगों की शिकायत आई हैं इस शख्स के हवाले से। तो मैं हुकूमत पंजाब से भी ये कहूँगा कि ये जो सूद वाले लोग हैं इनका मुहासबा होना चाहिए। इन लोगों ने आम गरीब लोगों की जिंदगी जो है ना तबाह करके रख दी है। एक 10,000 की चीज होती है उसको ये 30,000 रुपया उसका वसूल करते हैं। ये कहाँ का इंसाफ है। और खास तौर पर मैं आप दोस्तों से भी रिक्वेस्ट करूंगा कि इन चीजों की हौसला शिकनी किया करें। ये जो इंस्टॉलमेंट्स के ऊपर जो लोग चीजें लेते हैं, इस मद में जो लोगों को ब्लैकमेल किया जाता है, थ्रेट किया जाता है, तो इन चीज़ों की हौसला शिकनी होनी चाहिए। क्यों अर्शद साहब? जी बिल्कुल बिल्कुल। और सर बहुत मेहरबानी। ਅਸੀਂ ਤੁਹਾਡੇ ਨਾਲ ਆ ਹਰ ਮੌਕੇ ਦੇ ਉੱਤੇ ਇਨਸ਼ਾਅੱਲਾ ਤੁਹਾਡੇ ਨਾਲ ਖਲੋਵਾਂਗੇ ਔਰ ਤੁਹਾਡਾ ਪੂਰਾ ਸਾਥ ਦੇਵਾਂਗੇ ਇਸ ਮਾਮਲੇ ਦੇ ਵਿੱਚ। ਅੱਲਾਹ ਖੁਸ਼ ਰੱਖੇ। ਤੁਸੀਂ ਬੇਫਿਕਰ ਰਹਿਣਾ ਔਰ ਇਹ ਅੱਲਾਹ ਦੇ ਫਜ਼ਲ ਕਰਨ ਨਾਲ ਇਹਦਾ ਕੋਈ ਮੁਆਵਜ਼ਾ ਵੀ ਨਹੀਂ ਲਵਾਂਗੇ। ਔਰ ਜਿਹੜੇ ਦੋਸਤ ਅਰਸ਼ਦ ਵਫਾਈ ਸਾਹਿਬ ਦੇ ਰੈਫਰੈਂਸ ਨਾਲ ਸਾਡੇ ਪਸਰੂਰ ਦੇ ਵਿੱਚ ਆਉਣਗੇ ਅਸੀਂ ਉਹਨਾਂ ਨਾਲ ਵੀ ਪਿਆਰ ਕਰਾਂਗੇ ਇਨਸ਼ਾਅੱਲਾ। जिंदाबाद जिंदाबाद। इंशाअल्लाह ਅਸੀਂ ਇਹਦੇ ਵਿੱਚ ਤੁਹਾਡੇ ਨਾਲ ਪੂਰਾ ਤਾਵਨ ਕਰਾਂਗੇ। ਬਹੁਤ ਮਿਹਰਬਾਨੀ ਸਰ, ਤੁਹਾਡਾ ਪਿਆਰ ਹੈ, ਇਸੇ ਵਾਸਤੇ ਤੁਹਾਡੇ ਕੋਲ ਆਏ ਹਾਂ। ਬਿਸਮਿल्लाहिर्रहमानिर्रहीम। अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਪੰਜਾਬੀ ਵਲੌਗਰ ਤੇ ਮੈਂ ਹਾਂ ਮਲਕ ਅਯਾਜ਼ ਸਲੀਮ ਐਡਵੋਕੇਟ। ਸਭ ਤੋਂ ਪਹਿਲਾਂ ਨਬੀ ਕਰੀਮ ਸੱਲੱਲਾਹੁ अलैहि वसल्लम ਦੀ ਜ਼ਾਤ ਅਕਦਸ ਤੇ ਲੱਖਾਂ ਕਰੋੜਾਂ ਦਰੂਦ ਸਲਾਮ। ਅੱਲਾਹੁम्मा सल्ली अला मुहम्मदिन व आलिहि व सहाबिहि व बारिक वसल्लम। नाज़रीन ਅੱਜ ਅਸੀਂ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਸਾਡੇ ਬੜੇ ਪਿਆਰੇ ਦੋਸਤ ਜਿਹੜੇ ਕਿ ਸੋਸ਼ਲ ਮੀਡੀਆ ਸਟਾਰ ਵੀ ਨੇ, ਅਰਸ਼ਦ ਵਫਾਈ ਸਾਹਿਬ ਸਾਡੇ ਕੋਲ ਆਏ ਨੇ। ਇਹਨਾਂ ਦੇ ਨਾਲ ਕੋਈ ਛੋਟਾ ਜਿਹਾ ਮਸਲਾ ਹੈ ਇਹਨਾਂ ਦਾ, ਤੇ ਉਹ ਮਸਲਾ ਇਹਨਾਂ ਨੂੰ ਪੁੱਛਣੇ ਆ ਕਿ ਕੀ ਮਸਲਾ ਹੈ ਇਹਨਾਂ ਦੇ ਨਾਲ, ਤੇ ਫਿਰ ਉਹਦਾ ਹੱਲ ਵੀ ਜਿਹੜਾ ਨਾ ਕਰਨ ਦੀ ਕੋਸ਼ਿਸ਼ ਕਰਨੀ ਹੈ। अस्सलाम वालेकुम दोस्त जी। ਇਹ ਅਯਾਜ਼ ਸਾਹਿਬ ਮਸਲਾ ਇਹ ਹੈ ਕਿ ਮੈਨੂੰ ਨਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਨਾਲ ਗੰਦੀਆਂ ਗੰਦੀਆਂ ਗਾਲੀਆਂ, ਤੇ ਇਹ ਨਾ ਮੇਰੇ ਕੋਲ 4 ਤੋਂ 5 ਰਿਕਾਰਡਿੰਗਾਂ ਮੌਜੂਦ ਨੇ, ਠੀਕ ਹੈ। ਔਰ ਜਿਹੜਾ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਨਾ, ਉਹ ਬੰਦੇ ਦਾ ਕਿਸ਼ਤਾਂ ਦਾ ਕੰਮ ਹੈ। ਉਹਨੇ ਬੰਦੇ ਰੱਖੇ ਨੇ ਪਹਿਲੇ ਵੀ, ਉਹ ਜਿਹੜਾ ਨਾ ਚੁੱਕ ਲਿਆਓ ਤੇ ਫੜ ਲਿਆਓ ਤੇ ਡੱਕ ਛੜੋ ਬੰਦਾ। ਇਸ ਤਰ੍ਹਾਂ ਦਾ ਕੰਮ ਉਹਨੇ ਬਾਬਾ ਦਹਿਸ਼ਤ ਬੁਲਾਈ ਦੀ ਹੈ, ਕਿਸ਼ਤਾਂ ਦੇ ਉਹ ਸਮਾਨ ਵੇਚਦਾ, ਠੀਕ ਹੈ। ਤੇ ਉਹਨੇ ਨਾ ਮੈਨੂੰ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਲਾਈਆਂ ਨੇ। ਹਾਲੇ ਕਿ ਮੇਰਾ ਕੋਈ ਕਿਸ਼ਤਾਂ ਦਾ ਮਾਮਲਾ ਨਹੀਂ, ਕੋਈ ਐਸਾ ਲੈਣ ਦੇਣ ਨਹੀਂ, ਲੇਕਿਨ ਉਹ ਕੰਮ ਇਹ ਕਰਦਾ ਤੇ ਉਹਦੇ ਕੋਲ ਬਦਮਾਸ਼ ਰੱਖੇ ਹੁੰਦੇ ਨੇ ਉਹਨੇ, ਯਾਨੀ ਕਿ ਚੁੱਕ ਲੈਣਾ ਕਿਸੇ ਨੂੰ, ਇਸ ਤਰ੍ਹਾਂ ਦਾ ਥ੍ਰੈਡ ਕਰਨਾ ਕਿਸੇ ਨੂੰ। ਤੇ ਇਹ ਮਾਮਲਾ ਤੇ ਮੇਰੇ ਨਾਲ ਵੀ ਐਸਾ ਹੋਇਆ। ਮੈਂ ਜਿਹੜਾ ਨਾ FIR ਦਰਜ ਕਰਵਾਈ ਹੈ ਥਾਣੇ ਸਬਜ਼ਪੀਰ, ਔਰ FIR ਦਰਜ ਕਰਵਾਉਣ ਤੋਂ ਬਾਅਦ ਪਹਿਲੇ ਵੀ ਮੈਂ 2 ਦਫਾ ਗਿਆ ਦਰਖਾਸਤ ਦਿੱਤੀ, ਫਿਰ ਉਸ ਤੋਂ ਬਾਅਦ ਮੈਂ ਤਕਰੀਬਨ 10 ਤੋਂ 15 ਚੱਕਰ ਲਾ ਚੁੱਕਾ ਔਰ ਇੱਕ ਦਫਾ ਵੀ ਮੁਲਜ਼ਮ ਨੂੰ ਥਾਣੇ ਨਹੀਂ ਬੁਲਾਇਆ ਗਿਆ। ਔਰ ਮੈਂ ਜਿਹੜਾ 10-15 ਚੱਕਰ ਲਾਏ ਨੇ, ਫਿਰ ਉਸ ਤੋਂ ਬਾਅਦ ਇਹ ਪਤਾ ਚੱਲਦਾ ਸੀ ਕਦੇ ਕਿ ਉਹਨੇ ਜੀ ਅਬੂਰੀ ਜ਼ਮਾਨਤ ਕਰਾ ਲਈ। ਔਰ ਮੈਂ ਥਾਣੇ ਜਾ ਕੇ ਪੁੱਛਦਾ ਜੀ ਮੈਨੂੰ ਕੋਈ ਉਹਦੀ ਕੋਈ ਸਬੂਤ, ਕੋਈ ਰੋਬਕਾਰ ਹੁੰਦੀ ਹੈ, ਕੋਈ ਦੱਸੋ। ਉਹ ਕਹਿੰਦੇ ਹਨ ਸਾਡੇ ਕੋਲ ਨਹੀਂ ਆਏਗੀ। ਜਦੋਂ ਤੁਹਾਡੇ ਕੋਲ ਆਈ ਨਹੀਂ ਤਾਂ ਤੁਸੀਂ ਮੁਲਜ਼ਮ ਫੜੋ, ਠੀਕ ਹੈ ਨਹੀਂ। ਉਹ ਫਿਰ ਹੁਣ ਪਤਾ ਲੱਗਾ ਜੀ ਉਹ ਤਰੀਕ ਹੈ ਅੱਜ, ਤੇ ਮੈਂ ਆਇਆ, ਮੈਂ ਲੇਟ ਹੋ ਗਿਆ। ਮੈਨੂੰ ਰਾਤੀ 10 ਵਜੇ ਜਿਹੜਾ ਮੈਂ ਦੱਸਿਆ ਮੁਲਾਜ਼ਮਾਂ ਨੇ ਫੋਨ ਕਰਕੇ, ਔਰ ਮੈਂ ਆਇਆ ਇੱਥੇ ਤੇ ਜਨਾਬ ਅੱਗੇ ਟਾਈਮ ਓਵਰ ਹੋ ਗਿਆ ਜੀ।
और फिर उन्होंने अगू अगली तरीक मिल गई है। तो ये अबूरी जमानत ही है फिर उसकी दोबारा ਇਹਦੇ 'ਚ ਅਬੂਰੀ ਜ਼ਮਾਨਤ ਹੀ ਉਹਨਾਂ ਦੀ ਹੋਈ ਹੈ, ਕਿਉਂਕਿ ਤੁਸੀਂ ਨਹੀਂ ਆਏ ਤੇ ਉਹਨਾਂ ਨੇ ਜੱਜ ਸਾਹਿਬ ਨੇ ਅਗਲੀ ਤਰੀਕ ਪਾ ਦਿੱਤੀ ਹੈ। ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਪੰਜਾਬ ਪੁਲਿਸ ਦਾ ਮੋਰਾਲ ਐਡਾ ਡਾਊਨ ਹੈ ਕਿ ਜਿਹੜੇ ਲੋਕ ਨੇ ਸਾਇਲ ਨੇ ਉਹ ਖੱਜਲ ਖਰਾਬ ਹੋ ਰਹੇ ਨੇ ਔਰ ਵਕਤ ਦੇ ਨਾਲ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ। ਹਾਲਾਂਕਿ ਬੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਲੇਕਿਨ ਉਹ ਸਿਰਫ ਵੀਡੀਓ ਦੀ ਹੱਦ ਤੱਕ ਹੀ ਪੰਜਾਬ ਪੁਲਿਸ ਜਿਹੜੀ ਹੈ ਉਹ ਠੀਕ ਹੋ ਰਹੀ ਹੈ। ਐਕਚੁਅਲ ਵਿੱਚ ਜਾਓ ਥਾਣੇ ਦੇ ਅੰਦਰ, ਅੱਜ ਵੀ ਪੈਸੇ ਦਾ ਰਿਵਾਜ ਉਸ ਤਰ੍ਹਾਂ ਹੀ ਹੈ। ਪਹਿਲੋਂ ਲੋਕ ਚਲੋ ਛੁਪ ਛੁਪਾ ਕਰਦੇ ਸਨ, ਅੱਜ ਕੱਲ੍ਹ ਤੇ ਹਰ ਤਫਤੀਸ਼ੀ ਮੂੰਹ ਮੰਗਦਾ ਪੈਸੇ ਕਿ ਮੈਨੂੰ ਪੈਸੇ ਦਿੱਤੇ ਜਾਣ। ਮੈਂ ਆਪਣਾ ਪੰਜਾਬ ਦੇ ਵਜ਼ੀਰਾਂ ਵਾਲਿਆਂ ਨੂੰ ਵੀ ਮਰੀਮ ਨਵਾਜ਼ ਸਾਹਿਬ ਜਿਹੜੇ ਬੜਾ ਅੱਛਾ ਕੰਮ ਕਰਦੀਆਂ ਨੇ ਪਈਆਂ, ਉਹਨਾਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਸਾਡਾ ਥਾਣਾ ਕਲਚਰ ਵੀ ਤਬਦੀਲ ਕਰੋ ਥੋੜ੍ਹਾ ਜਿਹਾ। ਇਹ ਜਿੰਨਾ ਚਿਰ ਥਾਣਾ ਕਲਚਰ ਤਬਦੀਲ ਨਹੀਂ ਹੋਣਾ, ਲੋਕਾਂ ਨੂੰ ਇਨਸਾਫ ਜਿਹੜਾ ਨਾ ਮੁਹੱਈਆ ਨਹੀਂ ਹੋ ਸਕਣਾ। ਤੇ ਅਰਸ਼ਦ ਵਫਾਈ ਸਾਹਿਬ ਦੇ ਹਵਾਲੇ ਨਾਲ ਇਹ ਕਹਾਂਗਾ ਕਿ ਅਰਸ਼ਦ ਵਫਾਈ ਸਾਹਿਬ ਅਸੀਂ ਤੁਹਾਡੇ ਨਾਲ ਹਾਂ ਹਰ ਮੁਹਾਜ਼ ਦੇ ਉੱਤੇ ਇਨਸ਼ਾਅੱਲਾ, ਔਰ ਤੁਹਾਡਾ ਪੂਰਾ ਸਾਥ ਦਿੱਤਾ ਜਾਏਗਾ ਔਰ ਤੁਹਾਡੇ ਇਸ ਮੁਲਜ਼ਮ ਨੂੰ ਜ਼ਰੂਰ ਸਜ਼ਾ ਦਿਲਵਾਈ ਜਾਏਗੀ ਤਾਂ ਕਿ ਦੂਸਰੇ ਲੋਕ ਇਹਦੇ ਤੋਂ ਮਹਿਫੂਜ਼ ਰਹਿ ਸਕਣ। अच्छा मलिक साहब गल ये है कि पुलिस वाले ने मेरे को पैसे नहीं मंगे। हाँ मेरे तफ्तीशी साहब हैं ਜਿਹੜੇ कि अकरम साहब पहले ਮੈਨੂੰ ਤੇ ਅਬਲ ਤੇ ਇਹੋ ਹੀ ਜਿਹੜਾ ਨਾ ਚੱਕਰ ਚਾੜੀ ਰੱਖੇ ਨੇ, ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਤਫਤੀਸ਼ੀ ਕੌਣ ਹੈ, ਮੈਂ ਕੀ ਘਰ ਬੈਠਾ ਮੈਂ ਥਾਣੇ ਆ ਗਿਆ ਜਾਂ ਮੈਂ ਕਿੱਥੇ, ਮੈਨੂੰ ਕੋਈ ਕਿਸੇ ਨੇ ਪੁੱਛਣਾ ਨਹੀਂ, ਕੋਈ ਗੱਲ ਨਹੀਂ ਪਾ ਦੇਣੀ। ਜਿਹਨੂੰ ਮੈਂ ਜਿਹਦੇ ਨਾਲ ਗੱਲ ਕਰਨੀ ਉਹਨੇ ਆਖਣਾ ਯਾਰ ਸਾਨੂੰ ਨਹੀਂ ਪਤਾ। ਔਰ ਮੈਨੂੰ ਪਤਾ ਲੱਗਾ ਕਿ ਅਕਰਮ ਸਾਹਿਬ ਨੇ ਤਫਤੀਸ਼ੀ ASI ਸਾਹਿਬ, ਔਰ ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਬੈਠੇ ਆ, ਉਹਨਾਂ ਨੇ ਆਖਿਆ ਜੀ ਠੀਕ ਹੈ ਮੇਰੇ ਕੋਲ ਕੇਸ ਆਇਆ ਤੇਰਾ ਤੇ ਆਪੇ ਕਰਨੇ ਆ ਕੁਛ। ਉਹ ਜਦੋਂ ਉਹਨਾਂ ਨਾਲ ਗੱਲ ਹੋਈ ਹੈ ਤੇ ਫਿਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੇਰੇ ਨਾਂ ਤੇ ਕਿਸੇ ਨੂੰ ਪੈਸਾ ਕੋਈ ਨਹੀਂ ਦੇਣਾ, ਲੇਕਿਨ ਇੰਨਾ ਕੰਮ ਕਰਨਾ ਕਿ ਜਦੋਂ ਮੈਂ ਜਾਣਾ ਨਾ ਮੁਲਜ਼ਮ ਨੂੰ ਪੜਨ ਵਾਸਤੇ ਤੇ ਤੇਲ ਪਾਣੀ ਪਵਾ ਦੂੰ। ਮੈਂ ਸਰ ਮੇਰੀ SHO ਸਾਹਿਬ ਨਾਲ ਗੱਲ ਹੋਈ ਹੈ ਤੇ ਉਹ ਉਹਨਾਂ ਨਾਲ ਜੀ ਤੁਸੀਂ ਤੇਲ ਪਾਣੀ ਦੀ ਕਰਨੀ, ਉਹ ਫਿਰ ਗਏ ਹੀ ਨਹੀਂ। ਇਹੀ ਤਾਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਤੁਹਾਡੇ ਕੋਲੋਂ ਚੁੱਕਿ ਤੁਸੀਂ ਮੀਡੀਆ ਦੇ ਬੰਦੇ ਹੋ, ਤੁਹਾਡੇ ਕੋਲੋਂ ਉਹਨਾਂ ਨੇ ਡਾਇਰੈਕਟ ਨਹੀਂ ਮੰਗੇ ਪੈਸੇ, ਅਦਰਵਾਈਜ਼ ਤੁਸੀਂ ਅਗਰ ਉਹਨਾਂ ਨੂੰ ਪੈਸੇ ਦੇ ਹਟਦੇ ਤਾਂ ਉਹਨਾਂ ਮੁਲਜ਼ਮ ਉਸੇ ਦਿਨ ਹੀ ਲੈ ਆਉਣਾ ਸੀ। ਹਾਂਜੀ ਅਸਲ ਗੱਲ ਇਹ ਤਾਂ ਹੀ ਅਸਲ ਵਜ੍ਹਾ ਵਿੱਚ ਰਾਜ਼ ਪੈਸਿਆਂ ਦਾ ਹੀ ਆਉਂਦਾ ਹੈ ਕਿ ਹਾਲਾਂਕਿ ਇਹ ਤਨਖਾਹਾਂ ਵੀ ਲੋਕ ਲੈ ਰਹੇ ਨੇ, ਇਹ ਹੁਣ ਮੁਲਜ਼ਮ ਫੜਨ ਵਾਸਤੇ ਤੁਹਾਡੇ ਕੋਲ ਪੈਸੇ ਲੈਣ ਦਾ ਕੀ ਤੁਕ ਬਣਦਾ ਹੈ। ਹਾਂਜੀ ਫਿਰ ਗੱਲ ਇਹ ਹੈ ਕਿ ਅਗਰ ਉਹਨਾਂ ਨੇ ਆਪਣਾ ਕੰਮ ਹਾਂਜੀ ਅਗਰ ਉਹਨੇ ਮਸਲ ਜ਼ਮਾਨਤ ਕਰਾ ਲਈ ਹੈ ਤੇ ਉੱਥੇ ਕੋਈ ਸਬੂਤ ਤਾਂ ਹੁੰਦਾ ਨਾ, ਉਹਦੇ ਕੋਲੋਂ ਸਬੂਤ ਮੰਗਾਓ ਜਾਂ ਅਦਾਲਤ ਨੂੰ ਜੋ ਵੀ ਹੈ ਉਹਦੇ ਵਿੱਚ। ਮੈਨੂੰ ਤੇ ਕਹਿ ਰਹੇ ਨੇ ਜੀ ਅਸੀਂ ਉਹਨੂੰ ਫੜਨ ਜਾਂਦੇ ਆ ਮੁਲਜ਼ਮ ਨੂੰ, ਤੇ ਜੇ ਉਹ ਨਾ ਮਸਲ ਸਾਨੂੰ ਉਹ ਮਿਲਦਾ ਤੇ ਉਹ ਰੋਕਕਾਰ ਵਹਾ ਦੇਗਾ ਤੇ ਫਿਰ ਕੌਣ ਜ਼ਿੰਮੇਦਾਰ ਹੈ? ਦੱਸੋ ਜੀ ਇਹਦੀ ਕਿਹੜੀ ਗੱਲ, ਮੈਂ ਜ਼ਿੰਮੇਦਾਰ ਹਾਂ? ਫਿਰ ਇਹਦਾ ਮਤਲਬ ਫਿਰ ਮੇਰੇ ਤੇ ਕੇਸ ਕੀਤਾ ਜਾਏਗਾ, ਮੈਨੂੰ ਬੰਦ ਕੀਤਾ ਜਾਏਗਾ। ਇਹੀ ਤੇ ਮੈਂ ਜਿਹੜੀ ਪਹਿਲੇ ਲਫ਼ਜ਼ਾਂ 'ਚ ਗੱਲ ਕੀਤੀ ਹੈ ਨਾ ਕਿ ਪਾਕਿਸਤਾਨ ਦੇ ਅੰਦਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਤੇ ਇਸ ਚੀਜ਼ ਦਾ ਬੁਹਰਾਨ ਪੈਦਾ ਹੋ ਗਿਆ ਹੈ ਕਿ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਅਗਰ ਇਨਸਾਫ ਦਿੰਦੇ ਵੀ ਨਹੀਂ ਤਾਂ FIR ਦੀ ਹੱਦ ਤੱਕ ਦਿੰਦੇ ਨੇ ਕਿ FIR ਹੋ ਗਈ ਤੁਹਾਨੂੰ ਇਨਸਾਫ ਮਿਲ ਗਿਆ, ਹਾਲਾਂਕਿ FIR ਤੇ ਇੱਕ ਇਬਤਦਾਈ ਰਿਪੋਰਟ ਹੈ। ਹਾਂਜੀ ਜਿੰਨਾ ਚਿਰ ਉਹਦੇ ਤੇ ਤੁਸੀਂ ਅਮਲ ਨਹੀਂ ਕਰੋਗੇ, ਮੁਲਜ਼ਮਾਂ ਨੂੰ ਫੜੋਗੇ ਨਹੀਂ ਤੇ ਇਸ FIR ਦਾ ਮਕਸਦ ਹੀ ਖਤਮ ਹੋ ਜਾਂਦਾ ਹੈ। ਫਿਰ ਮੇਰੇ ਕੋਲ ਸਬੂਤ, ਠੋਸ ਸਬੂਤ ਨੇ, ਠੋਸ ਰਿਕਾਰਡਿੰਗ ਮੌਜੂਦ ਹੈ, ਰਿਕਾਰਡਿੰਗ ਮੌਜੂਦ ਹੈ ਮੇਰੇ ਕੋਲ ਗਵਾਹ ਮੌਜੂਦ ਨੇ, ਮੈਂ ਆਵਾਜ਼ ਓਪਨ ਕਰਕੇ ਵੀ ਸੁਣਾਈ ਹੈ। ਔਰ ਜਿਹੜਾ ਨਾ ਮੈਨੂੰ SHO ਸਾਹਿਬ ਨੇ ਕਿਹਾ ਸੀ ਕਿ ਮੈਮਰੀ ਕਾਰਡ ਵਿੱਚ ਨਾ ਉਹ ਸੇਵ ਕਰਕੇ ਲਿਆਇਆ, ਔਰ ਮੈਂ ਉਹਨੂੰ ਮੈਮਰੀ ਕਾਰਡ 'ਚ ਸੇਵ ਕਰਕੇ ਲਿਆਇਆ। ਮੈਂ ਜਿਹਦੇ ਅੱਗੇ ਮੈਮਰੀ ਕਾਰਡ ਕਰਨਾ ਉਹੀ ਮੇਰੇ ਤੋਂ ਪਿੱਛੇ ਹਟ ਜਾਂਦਾ। ਉਹ ਕਹਿੰਦਾ ਨਹੀਂ ਭਾਈ ਇਹ ਸਾਨੂੰ ਨਹੀਂ ਪਤਾ, ਆਪੇ ਫੇਰ ਲੈਣ। ਹਾਂ ਇਹ ਲੈਣ ਅਗਰ ਕੋਈ ਫੜਦੇ ਹੀ ਨਹੀਂ ਪਏ, ਮੈਮਰੀ ਕਾਰਡ ਤੁਹਾਡਾ ਕਿਸੇ ਦੂਸਰੇ ਮੁਲਕ ਦੇ ਵਿੱਚ ਹੁੰਦਾ ਹਾਂਜੀ ਤੇ ਤੁਹਾਨੂੰ ਉਹਨੂੰ ਇਨਸਾਫ ਆਉਂਦਾ ਨਜ਼ਰ ਆਉਣਾ ਸੀ, ਠੀਕ ਹੈ। ਲੇਕਿਨ ਇਹੀ ਇੱਕ ਵਜ੍ਹਾ ਹੈ ਕਿ ਜਦੋਂ ਲੋਕ ਫਿਰ ਅਗਲਾ ਕਦਮ ਚੁੱਕ ਲੈਂਦੇ ਨੇ, ਲੋਕ ਆਪਣੇ ਫਿਰ ਇਨਸਾਫ ਖੁਦ ਕਰਨ ਲੱਗ ਪੈਂਦੇ ਨੇ। ਉਹਦੀ ਵਜ੍ਹਾ ਇਹੀ ਹੈ, ਅਗਰ ਕਾਨੂੰਨ ਉਹਨਾਂ ਨੂੰ ਇਨਸਾਫ ਫਰਾਹਮ ਕਰੇ ਤੇ ਉਹ ਫਿਰ ਲੋਕ ਕਤਲੋਗਾਰਤ ਤੱਕ ਗੱਲ ਨਹੀਂ ਜਾਂਦੀ। ਜੀ ਬਿਲਕੁਲ ਠੀਕ ਹੈ। ਉਹਨੂੰ ਅਗਰ ਫਰਜ਼ ਕਰੋ ਤੁਹਾਡਾ ਇਨਸਾਫ ਨਹੀਂ ਹੁੰਦਾ, ਤੁਹਾਨੂੰ ਫਿਰ ਉਹ ਮਜ਼ੀਦ ਤੰਗ ਕਰਦਾ ਹੈ, ਮਜ਼ੀਦ ਤੰਗ ਕਰ ਰਿਹਾ ਤੰਗ ਮਸਲੇ ਕੀ ਕਰੋਗੇ? ਗੱਲਾਂ ਸੁਣਨਾ, ਅਗਲਾ ਕਦਮ ਫਿਰ ਚੁੱਕਣਾ ਹੀ ਚੁੱਕਣਾ। ਗੱਲਾਂ ਸੁਣਨਾ, ਉਹ ਕਹਿ ਰਿਹਾ ਜੀ ਇਹਦੇ ਤੇ 10 ਲੱਖ ਰੁਪਏ ਲਾ, ਫਿਰ ਹੁਣ ਹੈ ਕੇਸ ਕੀਤਾ, ਉਹ ਕਹਿੰਦਾ ਜੀ ਇਹਨੂੰ ਰਗੜ ਕੇ ਮਾਰਨਾ। ਹੁਣ ਇਹਨੂੰ ਮਾਰਨਾ ਹੈ ਲੇਕਿਨ ਇਹਨੂੰ ਜਲਨ ਇੱਕ ਵਾਰੀ ਰਗੜ ਕੇ ਪੂਰਾ ਇਹਨੂੰ ਪ੍ਰੈਸ ਕਰਕੇ ਤੇ ਫੇਰ ਤੇ ਸਾਡੇ ਥਾਣੇ ਵੀ ਇਹੀ ਚਾਹ ਰਹੇ ਹੁੰਦੇ ਨੇ ਆਹੋ ਕੰਮ ਵੱਡਾ ਹੋਏ ਤੇ ਫਿਰ ਅਸੀਂ ਇਹਨੂੰ ਕਰੀਏ। ਛੋਟੇ ਮਾਮਲੇ ਨੂੰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਹਾਲਾਂਕਿ ਅਗਰ ਇਹ ਜੁਰਮ ਛੋਟੇ ਫੜ ਲਏ ਜਾਣ ਤੇ ਜਿਹੜਾ ਜੁਰਮ ਹੈ ਉਹ ਘਟ ਜਾਂਦਾ ਜੀ। ਠੀਕ ਬਿਲਕੁਲ ਜੀ। ਇਹ ਸਾਡਾ ਥਾਣਾ ਸਬਜ਼ਪੁਰ ਮੋੜ ਹੈ ਔਰ ਇੱਥੇ ਮੈਂ ਵੇਖ ਰਿਹਾ ਕਿ ਸਾਡੇ ਨਾਲ ਇਹ ਹਿਸਾਬ ਦਾ ਕੀਤਾ ਜਾ ਰਿਹਾ ਹੈ, ਹੋ ਰਿਹਾ ਹੈ, ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ। ਆਮ ਬੰਦਿਆਂ ਆਮ ਲੋਕਾਂ ਨਾਲ ਕੀ ਹੋਏਗਾ, ਯਾਨੀ ਕਿ ਸਾਡਾ ਤੇ ਪਤਾ ਵੀ ਹੈ ਨਾ ਕਿ ਸਾਡਾ ਕੋਈ ਸੋਸ਼ਲ ਮੀਡੀਆ ਨਾਲ ਤਲਕ ਹੈ ਕਿ ਜਿਹੜੇ ਕਿ ਸਾਡੇ ਮਸਲਾ ਹੁਕਮਰਾਨ ਨੇ ਇਲੈਕਸ਼ਨ ਨਾਲ ਹੀ ਆਉਣਾ ਨਾ ਫਿਰ ਦੁਬਾਰਾ। ਤੁਸੀਂ ਦੱਸੋ ਕਿ ਜਿਹਨਾਂ ਦੀ ਹਕੂਮਤ ਦੇ ਵਿੱਚ ਇਹ ਕੁਝ ਹੋ ਰਿਹਾ, ਮੈਂ ਹੁਣ ਕਿੰਨੇ ਲੋਕਾਂ ਨੂੰ ਦੱਸ ਰਿਹਾ ਕਿ ਯਾਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਔਰ ਜਿਨ੍ਹਾਂ ਲੋਕਾਂ ਨਾਲ ਇਹ ਹੋ ਰਿਹਾ ਇਹਨਾਂ ਨੂੰ ਵੋਟ ਦੇਣਗੇ।
ਕਦੀ ਵੀ ਨਹੀਂ, ਲੇਕਿਨ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਮੁਲਕ ਦਾ ਨਿਜ਼ਾਮ ਹੀ ਕੁਝ ਉਲਟ ਕਿਸਮ ਦਾ ਹੈ। ਹਾਂਜੀ ਠੀਕ ਹੈ, ਇਹਦੇ ਵਿੱਚ ਇਨਸਾਫ ਦੀ ਫਰਾਹਮੀ ਦਾ ਜਿਹੜਾ ਮਾਮਲਾ ਹੈ ਨਾ ਉਹ ਬਿਲਕੁਲ ਹੀ ਕਮਜ਼ੋਰ ਜਿਹਾ ਹੈ ਹਾਂਜੀ ਕਿ ਨਹੀਂ ਮਿਲਦਾ ਜੀ ਬਿਲਕੁਲ ਤੇ ਇਹਦੇ ਵਾਸਤੇ ਵੀ ਤਰਮੀਮ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਕਿ ਜਿਹੜਾ ਐਸੇ ਮਾਮਲਾਤ ਨੇ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ, ਪੁਲਿਸ ਦੇ ਜਿਹੜੇ ਮਾਮਲਾਤ ਨੇ ਰਿਸ਼ਵਤ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ, ਇਹਦੇ ਬਾਰੇ ਵੀ ਸੋਚਣਾ ਚਾਹੀਦਾ ਤਾਂ ਕਿ ਆਮ ਆਦਮੀ ਜਿਹੜਾ ਨਾ ਉਹਦੀ ਜ਼ਿੰਦਗੀ ਆਸਾਨ ਹੋ ਸਕੇ। ਠੀਕ ਹੈ, ਇਹਦੇ ਨਾਲ ਹੀ ਤੁਹਾਨੂੰ ਇਜਾਜ਼ਤ ਦਿਓ। अस्सलाम वालेकुम। अस्सलाम वालेकुम।